ਸਾਰਿਆਂ ਨੂੰ ਅੱਜ ਦਾ ਦਿਨ ਮੁਬਾਰਕ ਹੋਵੇ। ਜਿਨ੍ਹਾਂ ਦੇ ਲਈ ਚੜ੍ਹ ਗਿਆ ਜਾਂ ਜਿਨ੍ਹਾਂ ਦੇ ਲਈ ਥੋੜ੍ਹਾ ਬੜਾ ਰਹਿ ਗਿਆ, ਸਾਰਿਆਂ ਦੇ ਲਈ ਮਾਲਕ ਭਲੀ ਕਰੇ। ਉਹਨਾਂ ਦਾ ਦਿਨ ਸੋਹਣਾ ਹੋਵੇ, ਸੁਚੱਜਾ ਹੋਵੇ, ਸਮਝ ਵਾਲਾ ਹੋਵੇ, ਪਿਆਰ ਵਾਲਾ, ਸਹਿਣਸ਼ੀਲਤਾ ਵਾਲਾ ਅਤੇ ਭਾਣੇ ਨੂੰ ਮੰਨਣ ਵਾਲਾ ਹੋਵੇ। ਸਭ ਦੇ ਸੁੱਖਾਂ ਦੀ ਖੈਰ ਮੰਗਦਾ ਹੋਇਆ ਤੁਹਾਡਾ ਆਪਣਾ ਦਵਿੰਦਰ। ਆਓ ਕੁਝ ਗੱਲਾਂ ਸਾਂਝੀਆਂ ਕਰੀਏ। ਸਵੇਰ ਨੂੰ ਉੱਠ ਜਾਂਦੇ ਦੋਸਤੋ, ਉੱਠਣ ਤੋਂ ਬਾਅਦ ਸਾਡੀਆਂ ਬਹੁਤ ਜ਼ਿਆਦਾ ਐਕਟੀਵਿਟੀ ਜਿਹੜੀਆਂ ਸ਼ੁਰੂ ਹੋ ਜਾਂਦੀਆਂ ਆ। ਅਤੇ ਮੋਸਟਲੀ ਅੱਜ ਕੱਲ੍ਹ ਜ਼ਿਆਦਾਤਰ ਜਦੋਂ ਆਪਾਂ ਸਵੇਰ ਨੂੰ ਉੱਠਦੇ ਹਾਂ, ਉੱਠਦੇ ਸਾਰੇ ਆਪਾਂ ਆਪਣਾ ਫੋਨ ਵਗੈਰਾ ਚੈੱਕ ਕਰਦੇ ਹਾਂ ਜਾਂ ਕੋਈ ਨਿਊਜ਼ ਵਗੈਰਾ ਲਾ ਲਈਦੀ ਆ ਅਤੇ ਦੁਨੀਆਦਾਰੀ ਦੀਆਂ ਖਬਰਾਂ ਸਾਨੂੰ ਸੁਣਨ ਨੂੰ ਮਿਲਦੀਆਂ। ਕੀ ਕੁਝ ਹੋ ਰਿਹਾ, ਕੀ ਕੁਝ ਨਹੀਂ ਹੋ ਰਿਹਾ, ਕੀ ਕੁਝ ਵਾਪਰਿਆ ਦੁਨੀਆ 'ਤੇ, ਉਸ ਦੀ ਜਾਣਕਾਰੀ ਲੈਣ ਦੀ ਆਪਾਂ ਪੂਰੀ ਕੋਸ਼ਿਸ਼ ਕਰਦੇ ਹਾਂ। ਕਿਤੇ ਕੋਈ ਮਾਰ ਕੁਟਾਪਾ, ਕਿਤੇ ਕੋਈ ਕਤਲੇਆਮ, ਕਿਤੇ ਕੋਈ ਹੋਰ, ਕਿਤੇ ਕੁਝ ਹੋਰ। ਅਸੀਂ ਕਈ ਦਫਾ ਦੇਖ ਦੇਖ ਕੇ ਪਰੇਸ਼ਾਨ ਵੀ ਹੁੰਦੇ ਹਾਂ, ਅਪਸੈਟ ਵੀ ਹੋ ਜਾਂਦੇ ਹਾਂ ਕਿ ਯਾਰ ਕਿੰਨੀ ਸੋਹਣੀ ਦੁਨੀਆ ਆ ਰੱਬ ਨੇ ਬਣਾਈ। ਬੰਦਾ ਬੰਦੇ ਨੂੰ ਮਾਰੀ ਜਾ ਰਿਹਾ, ਬੰਦਾ ਬੰਦੇ ਨੂੰ ਮਾਰੀ ਜਾ ਰਿਹਾ। ਮੈਂ ਸਵੇਰੇ ਜਦੋਂ ਉੱਠਿਆ ਅੱਜ ਤੇ ਮੈਂ ਨਿਊਜ਼ ਦੇਖਦਾ ਸੀ ਤੇ ਨਿਊਜ਼ ਦੇ ਵਿੱਚ ਮੈਂ ਨਾਂ ਨਹੀਂ ਲੈਣਾ ਕਿਸੇ ਵੀ ਸੰਸਥਾ ਦਾ, ਤੇ ਉੱਥੇ ਕੋਈ ਸੱਜਣੇ ਗੱਲ ਕਹਿ ਰਿਹਾ ਸੀ ਕਿ ਜੇ ਸਾਡੇ ਕਿਸੇ ਵੀ ਐਸੇ ਧਰਮ ਸਥਾਨ ਦੀ ਕੰਧ ਢਾਈ ਗਈ ਤਾਂ ਅਸੀਂ ਉਹ ਬੰਦੇ ਨੂੰ ਖਤਮ ਕਰ ਦਿਆਂਗੇ। ਪਹਿਲੀ ਗੱਲ ਤਾਂ ਦੋਸਤੋ, ਕਿਸੇ ਵੀ ਧਰਮ ਸਥਾਨ ਦੀ, ਜਿੱਥੇ ਕਿਸੇ ਦੀ ਆਸਥਾ ਹੈ, ਜਿੱਥੇ ਕਿਸੇ ਦਾ ਧਿਆਨ ਜੁੜਿਆ ਹੈ, ਪਿਆਰ ਹੈ, ਭਗਤੀ ਹੈ, ਉੱਥੇ ਇੱਦਾਂ ਦਾ ਕੋਈ ਵੀ ਕੰਮ ਨਹੀਂ ਕਰਨਾ ਚਾਹੀਦਾ ਜਿਸ ਕਰਕੇ ਉਹਨਾਂ ਦੀ ਭਾਵਨਾ ਨੂੰ ਠੇਸ ਪਹੁੰਚੇ। ਕਿਉਂਕਿ ਅੱਜ ਕੱਲ੍ਹ ਭਾਵਨਾਵਾਂ ਛੇਤੀ ਭੜਕ ਜਾਂਦੀਆਂ ਇਨਸਾਨ ਦੀਆਂ। ਭਾਵਨਾਵਾਂ ਨੂੰ ਕੰਟਰੋਲ 'ਚ ਰੱਖਿਆ ਕਰੀਏ। ਭਾਵਨਾਵਾਂ ਜਿਹੜੀਆਂ ਆ ਉਹ ਆਪਣੀ ਜਿਹੜੀਆਂ ਅੰਦਰ ਕਮਜ਼ੋਰੀਆਂ ਆ ਉਹਨਾਂ ਦੇ ਅਕੋਰਡਿੰਗ ਭੜਕਣੀਆਂ ਚਾਹੀਦੀਆਂ, ਉਹਨਾਂ ਨੂੰ ਠੀਕ ਕਰਨ ਦੇ ਲਈ ਵੀ ਅਸੀਂ ਇਹਨਾਂ ਨੂੰ ਕਿੱਦਾਂ ਠੀਕ ਕਰੀਏ। ਅਤੇ ਜੇ ਆਪਾਂ ਕੰਧ ਦੀ ਗੱਲ ਕਰਦੇ ਹਾਂ, ਜੇ ਕੋਈ ਕੰਧ ਢਾਹ ਦਿੰਦਾ ਜਾਂ ਢਹਿ ਜਾਂਦੀ ਆ ਬਾਈ ਮਿਸਟੇਕ, ਤੇ ਬੰਦੇ ਨੂੰ ਮਾਰਨ ਦੀਆਂ ਗੱਲਾਂ ਕੀਤੀਆਂ ਜਾਂਦੀਆਂ। ਐਸੇ ਸ਼ਖਸ ਨੇ ਇੱਕ ਗੱਲ ਕਹੀ ਸੀ, ਬੜਾ ਪਿਆਰਾ, ਬੜਾ ਸੁਲਝਿਆ ਹੋਇਆ ਇਨਸਾਨ। ਉਸਨੇ ਗੱਲ ਕਹੀ ਸੀ ਕਿ ਥਿੰਗਸ ਮੇਡ ਫॉर ਹਿਊਮਨ ਬੀਇੰਗ ਨਾਟ ਮੇਡ ਫॉर ਥਿੰਗਸ। ਚੀਜ਼ਾਂ ਇਨਸਾਨ ਲਈ ਬਣੀਆਂ ਸੀ, ਇਨਸਾਨ ਚੀਜ਼ਾਂ ਲਈ ਨਹੀਂ ਬਣਿਆ। ਅੱਜ ਕੱਲ੍ਹ ਇਨਸਾਨ ਨੂੰ ਵਰਤਿਆ ਜਾਂਦਾ ਚੀਜ਼ਾਂ ਦੇ ਲਈ। ਜਿੱਥੇ ਕਿਸੇ ਦੀ ਆਸਥਾ, ਜਿੱਥੇ ਕਿਸੇ ਦਾ ਧਿਆਨ ਜੁੜਿਆ ਆ, ਉੱਥੇ ਦੋਸਤੋ ਜੁੜਿਆ ਰਹੇ। ਮਾਲਕ ਅੱਗੇ ਹੀ ਅਰਦਾਸ ਕਰਦੇ ਹਾਂ ਕਦੀ ਕਿਸੇ ਦੀ ਕੋਈ ਭਾਵਨਾ ਜਿਹੜੀ ਆ ਉਹਨੂੰ ਠੇਸ ਨਾ ਪਹੁੰਚੇ। ਪਰ ਇਨਸਾਨ ਦੀ ਕੀਮਤ ਜ਼ਿਆਦਾ ਹੋਣੀ ਚਾਹੀਦੀ ਆ ਬਜਾਏ ਕਿਸੇ ਐਸੇ ਆਬਜੈਕਟ ਤੋਂ। ਜੇ ਅਸੀਂ ਇੱਕ ਕੰਧ ਦੇ ਵਿੱਚ ਆਪਣੀ ਆਸਥਾ ਰੱਖਦੇ ਹਾਂ ਜਾਂ ਇੱਕ ਐਸੇ ਪੱਥਰ ਦੇ ਵਿੱਚ ਅਸੀਂ ਆਪਣੀ ਆਸਥਾ ਰੱਖਦੇ ਹਾਂ ਕਿ ਇਹਨੂੰ ਭਗਵਾਨ ਸਮਝਦੇ ਹਾਂ, ਰੱਬ ਸਮਝਦੇ ਹਾਂ, ਤੇ ਬੰਦਾ ਤਾਂ ਰੱਬ ਨੇ ਪੈਦਾ ਕੀਤਾ। ਉਹ ਪੱਥਰ ਜਾਂ ਉਹ ਇੱਟ ਜਾਂ ਉਹ ਕੰਧ ਤਾਂ ਕਿਸੇ ਇਨਸਾਨ ਨੇ ਬਣਾਈ ਨਾ। ਪਰ ਅੱਜ ਕੱਲ੍ਹ ਸਾਡੀ ਫਿਤਰਤ ਦੋਸਤੋ ਇੱਦਾਂ ਦੀ ਹੋ ਚੁੱਕੀ ਆ, ਅਸੀਂ ਰੱਬ ਦੀਆਂ ਬਣਾਈਆਂ ਹੋਈਆਂ ਦਾਤਾਂ ਜਿਹੜੀਆਂ ਆ ਉਹ ਖਰਾਬ ਕਰ ਰਹੇ ਹਾਂ, ਉਹਨਾਂ ਨੂੰ ਮਾਰ ਕੁੱਟ ਰਹੇ ਹਾਂ, ਉਹਨਾਂ ਦਾ ਕਤਲੇਆਮ ਕਰ ਰਹੇ ਹਾਂ, ਉਹਨਾਂ ਨੂੰ ਖਤਮ ਕਰ ਰਹੇ ਹਾਂ। ਪਰ ਜਿਹੜੀਆਂ ਇਨਸਾਨ ਦੇ ਦੁਆਰਾ ਚੀਜ਼ਾਂ ਬਣਾਈਆਂ ਸੀ, ਅਸੀਂ ਉਹਨਾਂ ਨੂੰ ਪਿਆਰ ਕਰ ਰਹੇ ਹਾਂ। ਕਰਨਾ ਕੁਝ ਹੋਰ ਸੀ, ਕਰ ਕੁਝ ਹੋਰ ਰਹੇ ਹਾਂ। ਉਹਦੇ ਕਰਕੇ ਸਾਡੀ ਜ਼ਿੰਦਗੀ ਦੇ ਵਿੱਚ ਡਿਸਟਰਬੈਂਸ ਬਹੁਤ ਜ਼ਿਆਦਾ ਆ।
ਜੇ ਅਸੀਂ ਕੋਈ ਗੀਤ ਸੁਣਦੇ ਹਾਂ, ਭੜਕਾਊ ਗੀਤ ਨੇ, ਕੋਈ ਕਿਸੇ ਤਰ੍ਹਾਂ ਦੇ ਗੀਤ ਗਾਉਂਦਾ, ਕੋਈ ਕਿਸ ਤਰ੍ਹਾਂ ਦੇ ਗੀਤ ਗਾਉਂਦਾ। ਅੱਗੇ ਪੁਰਾਣੇ ਜ਼ਮਾਨੇ ਦੇ ਵਿੱਚ ਜਦੋਂ ਆਪਾਂ ਕੋਈ ਪੁਰਾਣੀ ਫਿਲਮ ਦੇਖਦੇ ਨਾ, ਚਾਹੇ ਉਹ ਬਲੈਕ ਐਂਡ ਵਾਈਟ ਹੋਵੇ, ਚਾਹੇ ਉਹ ਕਲਰ ਹੋਵੇ, ਆਪਾਂ ਪੁਰਾਣੀ ਫਿਲਮਾਂ ਜਦੋਂ ਦੇਖਦੇ ਹਾਂ, ਕਿੰਨੇ ਮਿੱਠੇ ਗੀਤ ਹੁੰਦੇ ਸੀ, ਚਾਹੇ ਉਹ ਹਿੰਦੀ ਦੇ ਸੀ, ਚਾਹੇ ਉਹ ਪੰਜਾਬੀ ਦੇ ਸੀ। ਕਿੰਨੇ ਪਿਆਰੇ ਲਗਾਓ ਵਾਲੇ ਹੁੰਦੇ ਸੀ, ਸਕੂਨ ਦੇਣ ਵਾਲੇ ਹੁੰਦੇ ਸੀ। ਅਸੀਂ ਨਾਲ ਗਾਉਂਦੇ ਵੀ ਹੁੰਦੇ ਸੀਗੇ, ਹੁਣ ਵੀ ਗਾਉਂਦੇ ਹਾਂ, ਪਰ ਹੁਣ ਸਾਡੀ ਜਿਹੜੀ ਸੋਚ ਆ ਉਹ ਹੋਰ ਤਰ੍ਹਾਂ ਦੀ ਹੋ ਚੁੱਕੀ ਆ। ਦੁਨੀਆ ਦੇ ਵਿੱਚ ਬੰਦਾ ਪਰੇਸ਼ਾਨ ਦੋਸਤੋ ਕਿਉਂ ਆ? ਕਿਉਂਕਿ ਇੱਕ ਤਾਂ ਉਹ ਰੱਬ ਨੂੰ ਭੁੱਲ ਗਿਆ, ਇੱਕ ਮੌਤ ਨੂੰ ਭੁੱਲ ਗਿਆ। ਇੱਕ ਵਾਰੀ ਮੈਨੂੰ ਕਿਸੇ ਨੇ ਕੁਐਸਚਨ ਕੀਤਾ, ਉਹ ਕਹਿੰਦੇ ਵੀ ਕਸਰਤ ਕਿਉਂ ਜ਼ਰੂਰੀ ਆ, ਐਕਸਰਸਾਈਜ਼ ਬੋਡੀ ਦੇ ਲਈ ਕਿਉਂ ਜ਼ਰੂਰੀ ਆ ਉਹ। ਤੇ ਮੈਂ ਉਸ ਨਾਲ ਗੱਲ ਕਰ ਰਿਹਾ ਸੀ, ਤਾਂ ਮੈਂ ਜਵਾਬ ਦਿੱਤਾ ਉਸਨੂੰ, ਉਸ ਯਾਰ ਦੋਸਤ ਨੂੰ। ਮੈਂ ਕਿਹਾ ਜੇ ਤਾਂ ਆਪਾਂ ਕਸਰਤ ਇਸ ਕਰਕੇ ਕਰਦੇ ਹਾਂ ਕਿ ਮੇਰਾ ਸਰੀਰ ਫਿੱਟ ਰਹੇਗਾ, ਮੈਂ ਲੰਮੀ ਉਮਰ ਭੋਗ ਸਕਦਾ ਹਾਂ, ਜੇ ਤਾਂ ਇਸ ਵਹਿਮ ਦੇ ਨਾਲ ਅਸੀਂ ਕਸਰਤ ਕਰਦੇ ਹਾਂ ਤਾਂ ਇਹ ਵਹਿਮ ਹੈਗਾ ਝੂਠਾ। ਕਿਉਂਕਿ ਦੁਨੀਆ ਦੀ ਇੱਕ ਮਿਸਾਲ ਆ, ਜਿਸ ਨੇ ਜਿਮਨਾਸਟਿਕ ਸ਼ੁਰੂ ਕੀਤੀ ਸੀ, ਜਿਸ ਇਨਸਾਨ ਨੇ, ਉਹ 41 ਏਜ ਦੀ ਉਮਰ ਦੇ ਵਿੱਚ ਮਰ ਗਿਆ ਸੀ। ਤੇ ਜਿਸ ਨੇ KFC ਸ਼ੁਰੂ ਕੀਤੀ, ਉਹ ਕਹਿੰਦੇ ਵੀ 98 ਸਮਥਿੰਗ ਦਾ ਜਾਂ 100 ਸਾਲ ਦੇ ਤਕਰੀਬਨ ਹੋ ਕੇ ਮਰਿਆ ਉਹ ਬੰਦਾ। ਮਾਰਾਡੋਨਾ 60 ਸਾਲ ਦੀ ਉਮਰ ਦੇ ਵਿੱਚ ਮਰ ਗਿਆ ਸੀ। ਕਈ ਗੱਲਾਂ ਸਾਨੂੰ ਇਦਾਂ ਦੀਆਂ ਸੁਣਨ ਨੂੰ ਮਿਲਦੀਆਂ, ਮਿਸਾਲਾਂ ਮਿਲਦੀਆਂ, ਜਿਹਦੇ ਕਰਕੇ ਅਸੀਂ ਤਕੜੇ ਵੀ ਹੁੰਦੇ ਹਾਂ। ਸਾਨੂੰ ਸੋਚਣਾ ਇਹ ਚਾਹੀਦਾ ਦੋਸਤੋ ਵੀ ਜਿਹੜੀ ਕਸਰਤ ਆ, ਜਿਹੜੀ ਐਕਸਰਸਾਈਜ਼ ਆ, ਉਹ ਅਸੀਂ ਆਪਣੇ ਸ਼ੌਂਕ ਲਈ ਕਰੀਏ। ਇਹ ਨਾ ਸੋਚ ਕੇ ਕਰੀਏ ਕਿ ਮੈਂ ਮਰੂੰਗਾ ਨਹੀਂ। ਇੱਦਾਂ ਨਹੀਂ ਹੋਣਾ ਚਾਹੀਦਾ। ਮਰਨਾ ਸਾਰਿਆਂ ਨੇ ਆ, ਤੰਦਰੁਸਤ ਨੇ ਵੀ ਮਰਨਾ, ਬਿਮਾਰ ਨੇ ਵੀ ਮਰਨਾ, ਤਕੜੇ ਨੇ ਵੀ ਮਰਨਾ, ਕਮਜ਼ੋਰ ਨੇ ਵੀ ਮਰਨਾ, ਅਮੀਰ ਨੇ ਵੀ ਮਰਨਾ, ਗਰੀਬ ਨੇ ਵੀ ਮਰਨਾ। ਠੀਕ। ਤੇ ਅਪਾਹਜ ਜਿਹੜਾ ਆ, ਜਿਹਦੇ ਲੱਤਾਂ ਪੈਰ ਬਾਹਾਂ ਕੰਮ ਨਹੀਂ ਕਰਦੀਆਂ, ਉਹਨੇ ਵੀ ਮਰਨਾ, ਤੇ ਤੰਦਰੁਸਤ ਨੇ ਵੀ ਮਰਨਾ। ਮਰਨਾ ਸਾਰਿਆਂ ਨੇ ਹੀ ਆ। ਪਰ ਜੇ ਆਪਾਂ ਕਸਰਤ ਇਸ ਕਰਕੇ ਕਰਦੇ ਹਾਂ ਕਿ ਮੈਂ ਮਰੂੰਗਾ ਨਹੀਂ, ਮੈਂ ਲੰਮੀ ਉਮਰ ਜੀਊਂਗਾ, ਹੈਲਥੀ ਲਾਈਫ ਜੀਊਂਗਾ, ਉਹਦੇ ਵਿੱਚ ਸ਼ਾਇਦ ਅਸੀਂ ਥੋੜ੍ਹਾ ਵਹਿਮ ਪਾਲ ਲੈਂਦੇ ਹਾਂ। ਕਸਰਤ ਨੂੰ ਸ਼ੌਂਕ ਸਮਝ ਕੇ ਕਰੋ। ਹਾਂ, ਜੇ ਤੁਸੀਂ ਐਕਸਰਸਾਈਜ਼ ਕਰਦੇ ਆ, ਥੋੜਾ ਬੜਾ ਮਤਲਬ ਆਪਣੇ ਆਪ ਨੂੰ ਫਿੱਟ ਰੱਖਦੇ ਆ, ਉਹਦਾ ਕਾਰਨ ਆਪਾਂ ਇਹ ਦੇਖੀਏ ਕਿ ਮੈਨੂੰ ਇੱਕ ਸ਼ੌਂਕ ਵੀ ਆ ਆਪਣੇ ਆਪ ਨੂੰ ਥੋੜ੍ਹਾ ਜਿਹਾ ਮਤਲਬ ਹਲਕਾ ਫੁਲਕਾ ਰੱਖਣ ਦੇ ਲਈ, ਠੀਕ ਨਹੀਂ, ਤੇ ਜਾਂ ਥੋੜ੍ਹਾ ਬੜਾ ਫਿੱਟ ਰੱਖਣ ਦੇ ਲਈ। ਪਰ ਇਸ ਕਰਕੇ ਫਿੱਟ ਰੱਖਣ ਦੇ ਵਿੱਚ ਨਹੀਂ ਕਿ ਮੈਂ ਮਰੂੰਗਾ ਨਹੀਂ, ਉਹ ਹੋ ਜਾਂਦਾ ਵਹਿਮ। ਫਿੱਟ ਰੱਖਣਾ ਜ਼ਰੂਰੀ, ਬੰਦੇ ਨੂੰ ਖਾਧਾ ਪੀਤਾ ਹਜਮ ਹੋਣਾ ਜ਼ਰੂਰੀ ਆ, ਤੇ ਐਕਸਰਸਾਈਜ਼ ਕਰਨ ਦੇ ਨਾਲ ਤੁਹਾਡੇ ਮਸਲ ਜਾਂ ਕੋਈ ਜੋੜ ਵਗੈਰਾ ਸਭ ਚੱਲਦੇ ਚੁਲਦੇ ਰਹਿੰਦੇ ਆ। ਪਰ ਇਹ ਅੱਜ ਦੇ ਲਈ ਹੁੰਦਾ ਆ। ਜੇ ਆਪਾਂ ਅੱਜ ਕੁਝ ਕਰਦੇ ਆ ਤਾਂ ਉਹਦਾ ਫਲ ਸਾਨੂੰ ਕੱਲ੍ਹ ਨੂੰ ਮਿਲਣਾ ਆ, ਟੁਮਾਰੋ, ਜਾਂ ਫਿਊਚਰ ਵਿੱਚ ਮਿਲਣਾ ਆ। ਪਰ ਅੱਜ ਆਪਾਂ ਨੂੰ ਕਰਨਾ ਪੈਣਾ ਉਹ ਕੰਮ, ਜੇ ਫਲ ਅਸੀਂ ਚਾਹੁੰਦੇ ਹਾਂ। ਇੱਦਾਂ ਹੀ ਦੋਸਤੋ, ਜਿਹੜਾ ਰੱਬ ਆ, ਰੱਬ ਨੂੰ ਜਾਣਨਾ, ਰੱਬ ਦੀਆਂ ਗੱਲਾਂ ਕਰਨੀਆਂ ਜਾਂ ਮੌਤ ਨੂੰ ਯਾਦ ਰੱਖਣਾ, ਇਹ ਨਹੀਂ ਦਰਸਾਉਂਦਾ ਜਾਂ ਇਹ ਸਾਨੂੰ ਤਾਕਤ ਨਹੀਂ ਦਿੰਦਾ ਕਿ ਅਸੀਂ ਮਰਨਾ ਨਹੀਂ ਹੈ। ਮਰਨਾ ਸਾਰਿਆਂ ਨੇ ਆ, ਪਰ ਰੱਬ ਨੂੰ ਯਾਦ ਕਰਨ ਦੇ ਨਾਲ ਜਾਂ ਰੱਬ ਨੂੰ ਮਹਿਸੂਸ ਕਰਨ ਦੇ ਨਾਲ, ਰੱਬ ਦਾ ਅਹਿਸਾਸ ਕਰਨ ਦੇ ਨਾਲ ਤੇ ਮੌਤ ਨੂੰ ਯਾਦ ਰੱਖਣ ਦੇ ਨਾਲ ਬੰਦਾ ਫਿਰ ਕਈ ਦਫਾ ਕਈ ਗਲਤ ਕੰਮਾਂ ਤੋਂ, ਗਲਤ ਪਾਸਿਆਂ ਤੋਂ ਗੁਰੇਜ਼ ਕਰਦਾ, ਥੋੜ੍ਹਾ ਜਿਹਾ ਮੋੜ ਪਾ ਲੈਂਦਾ। ਕਰਦਾ ਫਿਰ ਵੀ ਹੈ। ਜਿੱਦਾਂ ਇੱਕ ਐਗਜ਼ਾਮਪਲ ਦਿੱਤੀ ਸੀ ਕਿਸੇ ਮਹਾਂਪੁਰਸ਼ ਨੇ, ਉਹਨਾਂ ਦੱਸਿਆ ਕਿ ਬਾਂਦਰ ਦੀ ਆਦਤ ਹੈ ਟਪੂਸੀ ਮਾਰਨ ਦੀ। ਬਾਂਦਰ ਨੇ ਟਪੂਸੀ ਮਾਰਨੀ ਆ, ਚਾਹੇ ਉਹ ਬੁੱਢਾ ਵੀ ਹੋ ਜਾਏ।
ਪਰ ਜੇ ਉਹਦੇ ਰੱਸੀ ਆਪਾਂ 1 ਮੀਟਰ ਦੀ ਪਾ ਦਈਏ, 1 ਮੀਟਰ ਦੀ ਰੱਸੀ ਪਾ ਦਈਏ ਤੇ ਉਹਨੂੰ ਕੀਲੀ ਦੇ ਨਾਲ ਬੰਨ੍ਹ ਦਈਏ, ਟਪੂਸੀ ਉਹਨੇ ਫੇਰ ਵੀ ਮਾਰਨੀ ਆ। ਉਹ ਓਨੀ ਮਾਰਨੀ ਜਿੰਨੀ ਲੰਬੀ ਰੱਸੀ ਆ। ਜੇ 1 ਮੀਟਰ ਦੀ ਰੱਸੀ ਤਾਂ ਉਹਨੇ 1 ਮੀਟਰ ਇੱਧਰ ਨੂੰ ਜੰਪ ਮਾਰਨਾ ਤੇ 1 ਮੀਟਰ ਉੱਪਰ ਨੂੰ ਮਾਰਨਾ। 1 ਮੀਟਰ ਦਾ ਦਾਇਰਾ ਉਹਦਾ ਬਣ ਗਿਆ, ਪਰ ਟਪੂਸੀ ਉਹਨੇ ਮਾਰਨੀ ਹੀ ਮਾਰਨੀ ਆ। ਇੱਦਾਂ ਹੀ ਗੁਰਬਾਣੀ ਵਿੱਚ ਵੀ ਆਉਂਦਾ, ਉਹ ਕਹਿੰਦੇ ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ, ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ। ਕੁੰਭ ਕਹਿੰਦੇ ਘੜੇ ਨੂੰ, ਜਲ ਦਾ ਤੁਹਾਨੂੰ ਪਤਾ ਪਾਣੀ ਆ। ਉਹ ਕਹਿੰਦੇ ਵੀ ਜਿਹੜਾ ਗਿਆਨ ਆ ਇਹ ਮਿਲਦਾ ਕਿਸੇ ਗੁਰ ਦੇ ਕੋਲੋਂ ਆ। ਗੁਰ ਬਿਨ ਗਿਆਨ ਨਾ ਹੋਏ, ਗੁਰ ਬਿਨ ਗਿਆਨ ਨਾ ਹੋਏ। ਹੁਣ ਇੱਥੇ ਗੁਰ ਇਹ ਸਮਝਣਾ, ਗਿਆਨ, ਗਿਆਨ ਕਹਿੰਦੇ ਆ ਜਾਣੀ ਕਿ ਉਸ ਚੀਜ਼ ਤੱਕ ਪਹੁੰਚ ਜਾਣਾ, ਸਮਝ ਲੈ ਲੈਣੀ ਕਿਸੇ ਚੀਜ਼ ਦੀ। ਉਹ ਚੀਜ਼ ਨੂੰ ਆਪਾਂ ਗੁਰ ਵੀ ਕਹਿ ਦਿੰਦੇ ਆ। ਕਿਸੇ ਗੁਰ ਨੂੰ ਸਮਝ ਲੈਣਾ ਉਹਨੂੰ ਕਹਿੰਦੇ ਨੇ ਗਿਆਨ। ਹੁਣ ਗੁਰ ਕਿਸੇ ਵੀ ਚੀਜ਼ ਦਾ ਹੋ ਸਕਦਾ, ਪਰ ਇੱਥੇ ਸਰੀਰਕ ਬਲ ਨੂੰ ਨਹੀਂ ਜਾਣਾ ਵੀ ਇਸ ਸਰੀਰ ਦੇ ਮੈਂ ਦਰਸ਼ਨ ਕੀਤੇ, ਜਾਂ ਇਸ ਸਰੀਰ ਨੂੰ ਮੈਂ ਫੜਿਆ ਜਾਂ ਮਿਲਿਆ ਜਾਂ ਮੈਂ ਦੇਖਿਆ ਤਾਂ ਮੈਨੂੰ ਇਹ ਗਿਆਨ ਸਮਝ ਆ ਗਿਆ। ਨਹੀਂ, ਜਿਹੜਾ ਗੁਰ ਨਿਕਲਣਾ ਆ ਉੱਪਰ ਨਿਕਲਣਾ ਸਰੀਰ ਦੇ ਵਿੱਚੋਂ ਹੀ ਆ। ਸਰੀਰ ਦਾ ਹੋਣਾ ਵੀ ਬਹੁਤ ਜ਼ਰੂਰੀ ਆ। ਸਰੀਰ ਦਾ ਦੇਖੋ, ਆਪਾਂ ਆਪਣੇ ਕੋਲ ਗੱਡੀ ਖੜੀ ਆ, ਗੱਡੀ ਖੜੀ ਰਹਿਣੀ ਆ 100 ਸਾਲ, ਜਿੰਨਾ ਚਿਰ ਉਹਨੂੰ ਕੋਈ ਡਰਾਈਵਰ ਨਹੀਂ ਮਿਲਦਾ ਚਲਾਉਣ ਲਈ। ਇੱਦਾਂ ਹੀ ਜਿਹੜਾ ਸਰੀਰ ਆ, ਜਿਸ ਸਰੀਰ ਦੇ ਵਿੱਚ ਕੋਈ ਕਿਸੇ ਚੀਜ਼ ਦੀ ਕੋਈ ਜਾਣਕਾਰੀ ਆ, ਕੋਈ ਗੁਰ ਆ, ਕੋਈ ਮੰਤਰ ਆ, ਜਦੋਂ ਸਾਨੂੰ ਸਮਝ ਲੱਗ ਗਿਆ ਉਹਨੂੰ ਕਹਿੰਦੇ ਹੁਣ ਤੂੰ ਗਿਆਨ ਲੈ ਲਿਆ ਇਸ ਚੀਜ਼ ਦਾ, ਹੁਣ ਤੈਨੂੰ ਅਕਲ ਆ ਗਈ, ਹੁਣ ਸਮਝ ਲਿਆ ਇਸ ਗਿਆਨ ਨੂੰ। ਹੁਣ ਇਹ ਤਾਂ ਗਿਆਨ ਜਿਹੜੀ ਚੀਜ਼ ਸਮਝ ਲਈ ਇਹ ਤੋਂ ਫਾਇਦਾ ਲੈ। ਗੁਰ ਜਿਹੜਾ ਆ ਇਹਨੂੰ ਸਮਝ, ਇਹਦੇ ਬਗੈਰ ਇਹਨੂੰ ਸਮਝ ਤੁਹਾਨੂੰ ਗਿਆਨ ਨਹੀਂ ਹੋ ਸਕਦਾ, ਠੀਕ ਨਹੀਂ। ਤੇ ਦੂਸਰੀ ਲਾਈਨ 'ਚ ਉਹ ਇਹ ਗੱਲ ਕਹਿੰਦੇ ਨੇ ਕਿ ਕੁੰਭੇ ਬੱਧਾ ਜਲ ਰਹੇ। ਕਹਿੰਦੇ ਘੜੇ ਦੇ ਵਿੱਚ ਜਿੱਦਾਂ ਪਾਣੀ ਰਹਿੰਦਾ ਆ, ਪਰ ਘੜਾ ਬਣਦਾ ਪਾਣੀ ਨਾਲ ਹੀ ਆ, ਫਿਰ ਵੀ ਪਾਣੀ ਉਹਦੇ ਦੇਖ ਲਓ ਰਹਿੰਦਾ ਆ। ਇੱਦਾਂ ਹੀ ਦੱਸਣ ਵਾਲੇ ਦੱਸਦੇ ਨੇ, ਕਹਿੰਦੇ ਜਦੋਂ ਕਿਸ਼ਤੀ ਚੱਲਦੀ ਆ ਪਾਣੀ ਦੇ ਵਿੱਚ ਤੇ ਚੱਲਦੀ ਉਹ ਪਾਣੀ ਦੇ ਵਿੱਚ ਹੀ ਆ, ਪਰ ਆਪਾਂ ਨੂੰ ਕੋਸ਼ਿਸ਼ ਇਹ ਕਰਨੀ ਚਾਹੀਦੀ ਕਿ ਪਾਣੀ ਕਿਸ਼ਤੀ ਵਿੱਚ ਨਾ ਕਿਤੇ ਆ ਜਾਏ। ਚੱਲਣਾ ਆਪਾਂ ਪਾਣੀ ਵਿੱਚ ਹੀ ਆ, ਚੱਲਣਾ ਦੁਨੀਆ ਰੂਪੀ ਸਾਗਰ ਦੇ ਵਿੱਚ ਹੀ ਆਪਾਂ। ਤੇ ਆਪਣੀ ਕਿਸ਼ਤੀ ਜਿਹੜੀ ਆ ਸੋਚ ਦੀ, ਸਮਝ ਦੀ, ਅਕਲ ਦੀ, ਚੇਤਨਤਾ ਦੀ। ਤਾਂ ਜਿਹੜੀ ਦੁਨੀਆ ਆ ਜੇ ਆਪਣੀ ਸੋਚ ਵਿੱਚ ਆ ਗਈ ਫਿਰ ਆਪਾਂ ਡੁੱਬਣਾ ਆ। ਇਸ ਕਰਕੇ ਮਹਾਂਪੁਰਸ਼ ਹਮੇਸ਼ਾ ਹੀ ਕਹਿੰਦੇ ਨੇ ਕਿ ਆਪਣੇ ਆਪ ਨੂੰ ਦੁਨੀਆ ਦੇ ਵਿੱਚ ਵਿਚਰੋ, ਲੈ ਕੇ ਜਾਓ, ਪਰ ਦੁਨੀਆ ਨੂੰ ਆਪਣੇ ਵਿੱਚ ਨਾ ਲੈ ਕੇ ਆਓ। ਜਦੋਂ ਪਾਣੀ ਕਿਸ਼ਤੀ ਵਿੱਚ ਨਾ ਆਵੇ, ਪਰ ਕਿਸ਼ਤੀ ਚੱਲਣੀ ਪਾਣੀ ਦੇ ਵਿੱਚ ਹੀ ਹੈ। ਜੇ ਪਾਣੀ ਕਿਸ਼ਤੀ ਵਿੱਚ ਆ ਗਿਆ ਤਾਂ ਕਿਸ਼ਤੀ, ਉਹ ਬੋਟ ਜਿਹੜੀ ਆ ਉਹ ਡੁੱਬ ਜਾਣੀ ਆ। ਇਸ ਕਰਕੇ ਦੋਸਤੋ, ਰੱਬ ਜਿਹੜਾ ਆ ਉਹ ਇਸ ਕਰਕੇ ਸਾਨੂੰ ਯਾਦ ਕਰਨਾ ਚਾਹੀਦਾ। ਬੰਦਾ ਆਪਾਂ ਫਿਰ ਕੋਈ ਗਲਤ ਕੰਮ ਨਹੀਂ ਕਰਦੇ, ਥੋੜ੍ਹਾ ਜਿਹਾ ਗੁਰੇਜ਼ ਕਰਦੇ ਆ, ਥੋੜ੍ਹੀ ਜਿਹੀ ਅਕਲ ਆ ਜਾਂਦੀ ਵੀ ਇਹ ਕੰਮ ਕਰੂੰਗਾ ਮੈਨੂੰ ਇਹਦਾ ਨੁਕਸਾਨ ਹੋ ਸਕਦਾ। ਅਤੇ ਮੌਤ ਨੂੰ ਯਾਦ ਰੱਖਣਾ ਵੀ ਜ਼ਰੂਰੀ ਆ, ਕਿਉਂਕਿ ਮੌਤ ਨੂੰ ਯਾਦ ਰੱਖਾਂਗੇ ਤਾਂ ਸਾਨੂੰ ਪਤਾ ਹੋਊਗਾ ਕਿ ਮੈਂ ਹੌਲੀਡੇ 'ਤੇ ਹਾਂ ਇਸ ਦੁਨੀਆ 'ਚ, ਮੈਂ ਇੰਜੋਏ ਕਰਨ ਆਇਆ ਆ। ਮੈਂ ਬਾਹਲੀ ਇੱਥੇ ਮਕਾਨ, ਕੋਠੀਆਂ, ਬੰਗਲੇ ਨਹੀਂ ਬਣਾਉਣ ਆਇਆ ਆ, ਪੈਸਾ ਧੇਲਾ ਨਹੀਂ ਇਕੱਠਾ ਕਰਨ ਆਇਆ ਆ। ਇੱਕ ਵਾਰੀ ਕਿਸੇ ਨੇ ਗੱਲ ਸੁਣਾਈ ਸੀ ਕਿ ਜਦੋਂ ਇੱਕ ਮਰਿਆ ਨੂੰ ਕੀ ਨਾਂ ਸੀ ਉਹਦਾ, ਮੂੰਹ 'ਚ ਫਿਰਦਾ, ਤੇ ਕਹਿੰਦੇ ਉਹ ਜਦੋਂ ਮਰਿਆ ਤਾਂ ਸਿਕੰਦਰ, ਕਹਿੰਦੇ ਜਦੋਂ ਸਿਕੰਦਰ ਮਰਿਆ ਤਾਂ ਸਿਕੰਦਰ ਨੇ 3 ਖੁਆਇਸ਼ਾਂ ਆਪਣੀਆਂ ਰੱਖੀਆਂ ਮਰਨ ਤੋਂ ਪਹਿਲਾਂ। ਉਹ ਕਹਿੰਦਾ ਪਹਿਲੀ ਮੇਰੀ ਖੁਆਇਸ਼ ਇਹ ਆ ਵੀ ਮੇਰੀ ਅਰਥੀ ਨੂੰ ਜਿਨ੍ਹਾਂ ਨੇ ਮੇਰਾ ਇਲਾਜ ਕੀਤਾ ਜਾਂ ਕਰਦੇ ਆ ਇਹ ਕੰਧਾ ਦੇਣਗੇ। ਦੁਨੀਆ ਨੂੰ ਪਤਾ ਲੱਗੇ ਕਿ ਜਿਹੜੀ ਮੌਤ ਆ ਉਹ ਇਲਾਜ ਕਰਨ ਵਾਲਿਆਂ ਦੇ ਵੱਸ ਵਿੱਚ ਵੀ ਨਹੀਂ ਹੈਗੀ। ਦੂਸਰਾ, ਉਹ ਕਹਿੰਦਾ ਵੀ ਜਦੋਂ ਮੈਂ ਦੁਨੀਆ ਤੋਂ ਜਾਵਾਂ ਤੇ ਮੇਰੇ ਹੱਥ ਜਿਹੜੇ ਨਾ ਉਹ ਬਾਹਰ ਹੋਣ, ਮੇਰੇ ਹੱਥ ਬਾਹਰ ਹੋਣ, ਦੁਨੀਆ ਨੂੰ ਇਹ ਪਤਾ ਲੱਗੇ ਕਿ ਮੈਂ ਇੱਥੇ ਖਾਲੀ ਹੱਥ ਆਇਆ ਸੀ ਤੇ ਖਾਲੀ ਹੱਥ ਹੀ ਜਾਣਾ ਆ। ਤੀਸਰਾ ਇੱਕ ਹੋਰ ਸੀ, ਹੁਣ ਦਿਮਾਗ 'ਚ ਨਹੀਂ ਮੇਰੇ ਆ ਰਿਹਾ, ਤੇ ਕੋਈ ਨਹੀਂ ਗੱਲ ਕਰਦਿਆਂ ਸ਼ਾਇਦ ਆ ਜਾਏ।
ਸੋ ਕਹਿਣ ਦਾ ਭਾਵ ਦੋਸਤੋ ਇਹ ਆ, ਆਪਾਂ ਇੱਥੇ ਆਏ ਆ ਹੌਲੀਡੇ ਤੇ, ਦੁਨੀਆ ਤੇ ਹੌਲੀਡੇ ਤੇ ਆ। ਕਈ ਬੰਦੇ ਬਹੁਤ ਲਕਸਰੀ ਹੌਲੀਡੇ ਤੇ ਆ, ਰਾਜੇ ਰਾਣੀਆਂ ਵਾਂਗੂ ਰਹਿ ਰਹੇ, ਜਿੱਦਾਂ ਹੁਣ ਆਪਣੀ ਇੰਗਲੈਂਡ ਦੀ ਕੁਈਨ ਆ, ਉਹਦਾ ਹੌਲੀਡੇ ਕਿਸੇ ਲਕਸਰੀ ਡਿਫਰੈਂਟ ਟਾਈਪ ਦਾ ਆ। ਆਪਾਂ ਵੀ ਹੌਲੀਡੇ ਤੇ ਆ। ਕਈ ਦਫਾ ਆਪਣੇ ਕੋਲ ਐਵਰੇਜ ਟਾਈਪ ਦਾ ਘਰ ਹੁੰਦਾ, ਜਾਂ ਕਈਆਂ ਕੋਲ ਹੈ ਹੀ ਨਹੀਂ, ਉਹ ਪੁਲ ਥੱਲੇ ਰਹਿੰਦੇ ਆ, ਰੋਟੀ ਲਈ ਵੀ ਤਰਸਦੇ, ਨੰਗੇ ਪੈਰੀਆਂ, ਜੁੱਤੀਆਂ ਟੁੱਟੀਆਂ ਆ। ਸੋ ਇਸ ਕਰਕੇ ਇੱਥੋਂ ਜਾਣਾ ਹੈ ਆਪਾਂ ਦੁਨੀਆ ਤੋਂ, ਅੱਜ ਚਲ ਜਾਈਏ ਕੱਲ ਚਲ ਜਾਈਏ, ਪਰ ਆਪਣੇ ਆਪ ਨੂੰ ਇੰਨਾ ਤਕੜਾ ਰੱਖਣਾ, ਆਪਾਂ ਡੋਲਣਾ ਨਹੀਂ, ਆਪਾਂ ਘਬਰਾਉਣਾ ਨਹੀਂ। ਕਿਉਂਕਿ ਜਦੋਂ ਬੰਦਾ ਘਬਰਾਉਣ ਲੱਗ ਪੈਂਦਾ, ਡੋਲ ਜਾਂਦਾ, ਫਿਰ ਗੱਲ ਜਿਹੜੀ ਆ ਉਹ ਬਣਦੀ ਨਹੀਂ, ਫਿਰ ਬੰਦਾ ਥੋੜ੍ਹਾ ਲੋਸਟ ਹੋ ਜਾਂਦਾ। ਬਿਜ਼ਨਸ ਵਿੱਚ ਘਾਟਾ ਪੈ ਗਿਆ, ਕਈ ਦਫਾ ਕੋਈ ਤੁਸੀਂ ਇੱਦਾਂ ਦੀ ਕੋਈ ਡੀਲ ਕੀਤੀ, ਉਹ ਉੱਥੇ ਜ਼ਿਆਦਾ ਜਾਣਕਾਰੀ ਨਹੀਂ ਲਈ, ਪੇਪਰ ਸਾਈਨ ਹੋ ਗਏ, ਬੰਦਾ ਫਸ ਜਾਂਦਾ ਕਈ ਦਫਾ। ਪਰ ਮਾਲਕ ਤੇ ਭਰੋਸਾ ਰੱਖਣਾ ਬੜਾ ਜ਼ਰੂਰੀ ਆ। ਜੇ ਕੋਈ ਇੱਦਾਂ ਦਾ ਕੰਮ ਹੋ ਜਾਏ, ਕੋਈ ਗੱਲ ਨਹੀਂ, ਆਪਣੇ ਆਪ ਨੂੰ ਥੋੜ੍ਹਾ ਤਕੜਾ ਕਰੀਏ ਅਤੇ ਉਹਦੇ ਨਾਲ ਡੀਲ ਕਰੀਏ। ਅਤੇ ਦੁਨੀਆ 'ਤੇ ਜਿੱਦਾਂ ਮੈਂ ਦੱਸ ਕੇ ਹਟਿਆ, ਸਿਕੰਦਰ ਵੀ ਕਹਿੰਦੇ ਦੁਨੀਆ 'ਤੇ ਆਇਆ ਕੁਝ ਲੈ ਕੇ ਤਾਂ ਆਇਆ ਨਹੀਂ, ਖਾਲੀ ਹੱਥ ਹੀ ਗਿਆ, ਠੀਕ ਨਹੀਂ। ਸੋ ਇਸ ਕਰਕੇ ਜਾਣਾ ਆਪਾਂ ਵੀ ਖਾਲੀ ਹੱਥ ਹੀ ਹੈ, ਚਾਹੇ ਆਪਾਂ ਇੱਥੋਂ ਜਿੰਨਾ ਮਰਜ਼ੀ ਖੱਟ ਲਈਏ ਲਾਹਾ, ਪੈਸਾ ਧੇਲਾ ਜਿੰਨਾ ਮਰਜ਼ੀ ਜੋੜ ਲਈਏ, ਕਦੀ ਘਾਟਾ ਹੀ ਨਾ ਖਾਧਾ ਹੋਵੇ, ਠੀਕ ਨਹੀਂ। ਅਤੇ ਜੇ ਘਾਟੇ ਖਾਧੇ ਆ ਉਹ ਵੀ ਨਹੀਂ ਛੱਡ ਨਾ ਜਾਣੇ, ਅਤੇ ਜੇ ਵਾਧੇ ਕੀਤੇ ਆ ਜਾਂ ਵਾਧੇ ਲਏ ਆ, ਬੈਨੀਫਿਟ ਲਏ ਆ ਪੈਸੇ ਦੇ ਕੋਲੋਂ, ਜਾਂ ਬਹੁਤ ਕੁਛ ਬਣਾ ਲਿਆ, ਉਹ ਵੀ ਸਾਡੇ ਨਾਲ ਨਹੀਂ ਜਾਣਾ ਕੁਝ ਵੀ ਨਹੀਂ ਸਾਡੇ ਨਾਲ। ਸੋ ਇਸ ਕਰਕੇ ਦੋਸਤੋ, ਸਾਡੇ ਜਿਹੜੇ ਕਰਮ ਆ ਉਹੀ ਬਾਕੀ ਸਾਡੇ ਪਰਿਵਾਰਾਂ ਦੇ ਲਈ, ਯਾਰਾਂ ਦੋਸਤਾਂ ਦੇ ਲਈ ਮਿਸਾਲ ਬਣਨੇ ਆ। ਅਤੇ ਕੋਸ਼ਿਸ਼ ਕਰੀਏ ਵੀ ਜਿੰਨਾ ਹੋ ਸਕੇ ਆਪਾਂ ਰੱਬ ਨੂੰ ਯਾਦ ਕਰੀਏ, ਰੱਬ ਦੇ ਭਾਣੇ 'ਚ ਰਹਿਣ ਦੀ ਕੋਸ਼ਿਸ਼ ਕਰੀਏ, ਰੱਬ ਦੇ ਬੰਦਿਆਂ ਨਾਲ ਪਿਆਰ ਕਰੀਏ, ਬਜਾਏ ਬੰਦੇ ਦੀਆਂ ਬਣਾਈਆਂ ਚੀਜ਼ਾਂ ਦੇ ਨਾਲੋਂ ਬੰਦੇ ਨਾਲ ਪਿਆਰ ਕਰੀਏ। ਕਿਉਂਕਿ ਬੰਦਾ ਜਿਹੜਾ ਹੈ ਉਹ ਰੱਬ ਨੇ ਬਣਾਇਆ ਹੈ, ਅਤੇ ਹਰ ਬੰਦੇ ਵਿੱਚ ਰੱਬ ਦੇਖੀਏ। ਕਿਸੇ ਬੰਦੇ ਨੇ ਗੱਲ ਕਹੀ ਸੀ, ਇੱਕ ਉਹ ਪੀਂਦਾ ਸੀ ਦਾਰੂ, ਅਤੇ ਉਹਨੂੰ ਕਿਸੇ ਨੇ ਰੋਕਿਆ, ਉਹ ਕਹਿੰਦਾ ਯਾਰ ਤੂੰ ਦਾਰੂ ਪੀ ਕੇ ਰੱਬ ਦੀ ਗੱਲ ਨਾ ਕਰਿਆ ਕਰ। ਅਤੇ ਉਹ ਬੰਦਾ ਕਹਿੰਦਾ ਯਾਰ ਫਿਰ ਮੈਂ ਜੇ ਦਾਰੂ ਪੀ ਕੇ ਰੱਬ ਦੀ ਗੱਲ ਨਹੀਂ ਕਰਨੀ ਤਾਂ ਮੈਨੂੰ ਦੱਸ ਵੀ ਮੈਂ ਕਰਾਂ ਕੀ? ਮੈਂ ਲੋਕਾਂ ਦੀਆਂ ਜਨਾਨੀਆਂ ਛੇੜਾਂ, ਕਿਸੇ ਦੇ ਚਿੱਤਰਾਂ ਚੁੰਗਲੀਆਂ ਦੇਵਾਂ, ਗਾਲਾਂ ਕੱਢਾਂ, ਕਿਸੇ ਨੂੰ ਦਰਵਾਜ਼ੇ ਭੰਨਾਂ, ਕਿਸੇ ਦੇ ਛਿੱਤਰ ਮਾਰਾਂ, ਛਿੱਤਰ ਖਾਵਾਂ, ਸੜਕ 'ਤੇ ਲੰਮਾ ਪੈ ਜਾਵਾਂ, ਸ਼ਰਾਬ ਪੀ ਕੇ ਡਿੱਗ ਜਾਵਾਂ, ਕੁੱਤੇ ਮੇਰਾ ਮੂੰਹ ਚੱਟਣ? ਤੂੰ ਮੇਰੇ ਤੋਂ ਇਹ ਚਾਹੁੰਦਾ, ਜਾਂ ਤੂੰ ਇਹ ਚਾਹੁੰਦਾ ਕਿ ਮੈਂ ਪੀ ਕੇ ਵੀ ਇਸ ਮਾਲਕ ਨੂੰ, ਇਸ ਖਾਲਕ ਨੂੰ ਯਾਦ ਰੱਖਾਂ, ਇਹਦਾ ਸ਼ੁਕਰਾਨਾ ਕਰਾਂ? ਤੂੰ ਨੇ ਇੱਕ ਸ਼ੇਰ ਨਾਲ ਸੁਣਾਇਆ, ਉਹ ਕਹਿੰਦਾ ਕਿਸੇ ਉਰਦੂ ਦੇ ਸ਼ਾਇਰ ਨੇ ਸ਼ੇਰ ਲਿਖਿਆ ਹੈ, ਉਹ ਕਹਿੰਦਾ ਮੁਝੇ ਮਸजिद में पीने दे साकी, मुझे मस्जिद में पीने दे साकी, ਜਾਂ वो जगह बता जहाँ खुदा ना हो। ਰੱਬ ਸਾਰੇ ਪਾਸੇ ਆ, ਰੱਬ ਸਰਵ ਵਿਆਪਕ ਆ, ਰੱਬ ਮੇਰੇ ਘਰ ਵਿੱਚ ਵੀ ਆ, ਬੈਡਰੂਮ ਦੇ ਵਿੱਚ ਵੀ ਆ, ਟੋਇਲਟ ਦੇ ਵਿੱਚ ਵੀ ਆ, ਅਸਮਾਨ ਦੇ ਵਿੱਚ ਵੀ, ਜਹਾਜ਼ ਦੇ ਵਿੱਚ ਵੀ, ਸਾਰੇ ਪਾਸੇ ਪਰਮਾਤਮਾ ਪਸਰਿਆ ਹੋਇਆ ਆ। ਤੇ ਅਸੀਂ ਕਿੱਦਾਂ ਕਹਿ ਸਕਦੇ ਹਾਂ ਵੀ ਭਾਈ ਤੂੰ ਦਾਰੂ ਨਾ ਪੀ, ਇੱਥੇ ਰੱਬ ਦਾ ਘਰ ਆ? ਰੱਬ ਤਾਂ ਸਾਰੇ ਪਾਸੇ ਆ, ਤੇ ਜੇ ਇੱਥੇ ਰੱਬ ਆ ਤਾਂ ਉੱਥੇ ਕੌਣ ਆ ਫਿਰ? ਕਿਸੇ ਸ਼ਾਇਰ ਨੇ ਇੱਕ ਗੱਲ ਹੋਰ ਲਿਖੀ ਆ, ਉਹ ਕਹਿੰਦਾ वो खुदा हरगिज़ खुदा नहीं जो यहाँ तो है पर वहाँ नहीं। ਸੋ ਆਓ ਦੋਸਤੋ, ਗੱਲ ਨੂੰ ਸਮਝਣਾ, ਗੱਲ ਨੂੰ ਪਕੜਨਾ ਹੀ ਜ਼ਿੰਦਗੀ ਆ। ਮੇਰੇ ਵਿੱਚ ਬਹੁਤ ਕਮਜ਼ੋਰੀਆਂ ਨੇ, ਮੈਂ ਵੀ ਪੂਰੀ ਕੋਸ਼ਿਸ਼ ਕਰਦਾ ਹੁੰਦਾ ਕਿ ਆਪਣੀਆਂ ਜਿਹੜੀ ਕਮਜ਼ੋਰੀਆਂ ਨੂੰ ਦੂਰ ਕਰਾਂ ਹੌਲੀ ਹੌਲੀ, ਪਰ ਇੰਨੀਆਂ ਜ਼ਿਆਦਾ ਨੇ ਮੈਂ ਦੱਸ ਨਹੀਂ ਸਕਦਾ। ਸੋ ਆਓ, ਤੁਹਾਡਾ ਪਿਆਰ, ਤੁਹਾਡਾ ਸਤਿਕਾਰ, ਤੁਹਾਡਾ ਆਸ਼ੀਰਵਾਦ ਹਮੇਸ਼ਾ ਬਣਿਆ ਰਹਿੰਦਾ। ਹਰ ਇਨਸਾਨ ਦੇ ਵਿੱਚ ਮੈਂ ਰੱਬ ਦੇਖਾਂ, ਹਰ ਸ਼ੈ ਦੇ ਵਿੱਚ ਮੈਂ ਰੱਬ ਦੇਖਾਂ। ਜੇ ਮੇਰੇ ਕੋਲ ਇੱਥੇ ਚੇਅਰਾਂ ਪਈਆਂ ਆਲੇ ਦੁਆਲੇ, ਟੇਬਲ, ਡਾਈਨਿੰਗ ਟੇਬਲ ਪਿਆ, ਜਾਂ ਜਿਸ ਚੇਅਰ 'ਤੇ ਮੈਂ ਬੈਠਾ ਆ, ਇਹ ਹਰ ਸ਼ੈ ਜਿਹੜੀ ਆ ਇਹਦੇ ਵਿੱਚ ਰੱਬ ਆ, ਹਰ ਸ਼ੈ ਦੇ ਵਿੱਚ ਰੱਬ ਆ। ਗੁਰਬਾਣੀ 'ਚ ਲਿਖਿਆ ਆ, ਕਹਿੰਦੇ ਖਾਲਕ ਬਿਨ ਖਾਲੀ ਨਹੀਂ, ਸੂਈ ਤਰਨ ਕੋ ਥਾਉ। ਕਹਿੰਦੇ ਸੂਈ ਜਿੰਨੀ ਵੀ ਜਗ੍ਹਾ ਨਹੀਂ ਹੈ ਦੁਨੀਆ 'ਤੇ ਕਿਤੇ ਵੀ ਜਿੱਥੇ ਰੱਬ ਨਹੀਂ ਵਸਦਾ, ਖਾਲਕ ਮਾਲਕ ਨਹੀਂ ਵਸਦਾ। ਸੋ ਇਸ ਕਰਕੇ
ਜੇ ਆ ਚੇਅਰਾਂ ਨੇ, ਆ ਡਾਈਨਿੰਗ ਟੇਬਲ ਹੈ, ਘਰ ਹੈ, ਇੱਟਾਂ ਹੈ, ਸਾਰਿਆਂ ਵਿੱਚ ਰੱਬ ਸਮਾਇਆ ਹੋਇਆ ਹੈ। ਜਦੋਂ ਅਸੀਂ ਇਹ ਵਰਕਆਊਟ ਕਰਨ ਲੱਗ ਪੈਂਦੇ ਹਾਂ, ਇਹ ਮਹਿਸੂਸ ਕਰਨ ਲੱਗ ਪੈਂਦੇ ਹਾਂ ਕਿ ਜਿੱਧਰ ਦੇਖਤਾ ਹੂੰ ਉਧਰ ਤू ही तू है, कि हर शय में जलवा तेरा हूबहू है। Thanks very much. Watch my old videos, give me support, love. I pray for you all, guys. May God bless you all with the good health and good wealth. Enjoy your life.